ਲਾਡਲੀ ਭਾਗ 126। ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜ੍ਹਨਾ ਤੇ ਸੁਣਨਾ ਜੀ। ਸ਼ੁਰੂ ਕਰਦੇ ਹਾਂ ਅਸੀਂ ਅੱਜ ਦਾ ਭਾਗ। ਗੁੱਡੀ ਨੂੰ ਹੁਣ ਰਾਜਦੀਪ ਦੀ ਚਿੰਤਾ ਹੋਣ ਲੱਗੀ ਤਾਂ ਮਾਂ ਨੇ ਕਿਹਾ, ਚੱਲ ਤੂੰ ਚਿੰਤਾ ਨਾ ਕਰਦੀ ਏ, ਸਭ ਠੀਕ ਹੋ ਜਾਣਾ। ਫਿਰ ਮਾਂ ਨੇ ਕਿਹਾ, ਬਸ ਇਹਨਾਂ ਗੱਲਾਂ ਕਰਕੇ ਹੀ ਸ਼ਿੰਦਰੋਂ ਨਹੀਂ ਆਈ, ਨਾ ਹੀ ਮੈਂ ਬਾਲਾਂ ਨੂੰ ਕਿਹਾ। ਤੇਰੇ ਬਾਪੂ ਜੀ ਨੂੰ ਫਿਰ ਵੀ ਸੀ ਕਿ ਬਿੰਦ ਘੜੀ ਟਾਈਮ ਕੱਢ ਕੇ ਆ ਜਾਵੇ ਖਬਰੇ। ਨਹੀਂ ਮਾਏ, ਹੈ ਤਾਂ ਔਖਾ ਐਸੇ ਮਾਹੌਲ 'ਚ। ਕਿਰਨ ਵੀ ਨਿਆਣੀ ਆ, ਰਾਜਦੀਪ ਤਾਂ ਪਹਿਲਾਂ ਹੀ ਬਾਲੀ ਕਮਜ਼ੋਰ ਹੋ ਗਈ ਆ, ਹੁਣੇ ਤਾਂ ਪਰੇਸ਼ਾਨੀਆਂ 'ਚ ਘਿਰ ਗਈ, ਨਾਲੇ ਉਮਰ ਹੀ ਕੀ ਆ ਉਹ ਨਿਆਣੀ ਦੀ, ਗੁੱਡੀ ਬੋਲੀ। ਫਿਰ ਥੋੜੀ ਦੇਰ ਗੁੱਡੀ ਤੇ ਮਾਂ ਚੁੱਪ ਰਹੇ। ਬਾਪੂ ਜੀ ਇੱਕ ਪਾਸੇ ਬੈੱਡ ਤੇ ਹੀ ਲੇਟੇ ਰਹੇ। ਫਿਰ ਗੁੱਡੀ ਪੁੱਛਣ ਲੱਗੀ, ਹਾਂ ਸੱਚ ਬਾਪੂ ਜੀ, ਬਿੱਟੂ ਦੱਸਦੇ ਸੀ ਤੁਸੀਂ ਦਵਾਈ ਬਣਾ ਰਹੇ ਸੀ, ਕਿਹਦੀ, ਮਤਲਬ ਕਿੰਨਾ ਦੀ? ਤਾਂ ਬਾਪੂ ਜੀ ਗੱਲ ਸੁਣ ਕੇ ਪਹਿਲਾਂ ਉਹ ਇਹ ਆ ਅਸਲ 'ਚ ਉਹ ਧੀਏ ਕਰਨ ਲੱਗੇ। ਤਾਂ ਮਾਂ ਨੇ ਇਸ਼ਾਰਾ ਕੀਤਾ, ਕੋਈ। ਤਾਂ ਬਾਪੂ ਜੀ ਚੁੱਪ ਹੋ ਗਏ। ਫਿਰ ਬਾਪੂ ਜੀ ਬੋਲੇ, ਨਹੀਂ ਤਾਂ ਗੁੱਡੀ। ਫਿਰ ਗੁੱਡੀ ਪੁੱਛਣ ਲੱਗੀ, ਨਹੀਂ ਨਹੀਂ ਦੱਸੋ ਤਾਂ ਕਿਹਦੀ ਦਵਾਈ ਸੀ? ਬਾਪੂ ਜੀ ਫੇਰ ਕੁਝ ਨਹੀਂ ਬੋਲੇ। ਗੁੱਡੀ ਫੇਰ ਪੁੱਛਣ ਲੱਗੀ, ਅੱਛਾ ਕਿਸ ਚੀਜ਼ ਦੀ ਬਣਾ ਰਹੇ ਸੀ ਦਵਾਈ, ਕਿਹੜੇ ਰੋਗ ਦੀ? ਗੁੱਡੀ ਨੇ ਪੁੱਛਿਆ। ਤਾਂ ਬਾਪੂ ਜੀ ਬੋਲੇ, ਤੈਨੂੰ ਦੱਸਿਆ ਤਾਂ ਸੀ ਧੀਏ, ਉਹ ਸਾਧੂ ਸਿੰਘ ਕੇ ਗਾਹਾਂ ਕੋਈ ਪੀਂਦਾ ਬਾਲੀ, ਉਹਦੇ ਲਈ ਬਣਾ ਰਿਹਾ ਸੀ। ਹੁਣ ਆ ਕੱਲ ਜਾ ਕੇ ਦੇ ਕੇ ਆਊਂਗਾ ਉਹਨਾਂ ਨੂੰ, ਫਿਰ ਆ ਜਾਣਗੇ ਅਗਲੇ ਨਾ, ਫਿਰ ਉਹਨਾਂ ਨੇ ਫੇਰ ਲੈ ਕੇ ਜਾਣੀ ਆ। ਬਾਪੂ ਜੀ ਗੱਲਾਂ ਦਾ ਟਾਲ ਮਟੋਲ ਜਿਹਾ ਕਰਨ ਲੱਗੇ। ਗੁੱਡੀ ਨੂੰ ਬਾਪੂ ਜੀ ਦੀਆਂ ਗੱਲਾਂ ਤੋਂ ਕੁਝ ਅਜੀਬ ਜਿਹਾ ਮਹਿਸੂਸ ਹੋਇਆ, ਜਿਵੇਂ ਬਾਪੂ ਜੀ ਕੁਝ ਛੁਪਾ ਰਹੇ ਨੇ। ਗੁੱਡੀ ਦਾ ਮਨ ਤਾਂ ਹੋ ਰਿਹਾ ਸੀ ਪੁੱਛਾਂ, ਪਰ ਜਾਣਦੀ ਸੀ ਕਿ ਬਾਪੂ ਜੀ ਨੇ ਆਪ ਹੀ ਦੱਸ ਦੇਣਾ, ਕੋਈ ਨਹੀਂ ਮਗਰੋਂ ਦੱਸ ਦੇਣਗੇ। ਫਿਰ ਦੇਰ ਰਾਤ ਤੱਕ ਸ਼ਿੰਦਰੋ ਬਾਰੇ ਗੱਲਾਂ ਕਰਦੀਆਂ ਰਹੀਆਂ ਮਾਵਾਂ ਧੀਆਂ। ਧੰਨ ਆ ਕੁੜੀ, ਕਦੇ ਲਿੱਸੀ ਲੱਗਦੀ, ਕਦੇ ਰੋਗਣ ਹੋ ਜਾਂਦੀ ਹੈ, ਪਰ ਕੱਟੀ ਜਾਂਦੀ ਹੈ ਕਿਵੇਂ ਵੀ। ਹਾਂ ਮਾਏ, ਗੁੱਡੀ ਮਾਂ ਦੀ ਗੋਦੀ 'ਚ ਸਿਰ ਰੱਖ ਕੇ ਬੋਲੀ। ਬਾਪੂ ਜੀ ਪਹਿਲਾਂ ਹੀ ਸੌਂ ਗਏ, ਮਗਰੋਂ ਗੁੱਡੀ ਤੇ ਮਾਂ ਵੀ ਸੌਂ ਗਈਆਂ। ਸਵੇਰੇ ਬਾਪੂ ਜੀ ਤੇ ਮਾਂ ਜਲਦੀ ਉੱਠ ਕੇ ਤਿਆਰ ਹੋ ਗਏ। ਬਿੱਟੂ ਨੂੰ ਸਿਕੰਦਰ ਸਿੰਘ ਵੱਲੋਂ ਫੋਨ ਆ ਗਿਆ ਸੀ, ਕੋਈ ਕਿਸੇ ਜ਼ਰੂਰੀ ਕੰਮ ਕਰਕੇ, ਤਾਂ ਸਾਜਰੇ ਹੀ ਚਲਾ ਗਿਆ, ਕਹਿ ਕੇ ਕਿ ਮੈਂ ਜਲਦੀ ਆਵਾਂਗਾ। ਮਗਰੋਂ ਤੇਜਿੰਦਰ ਵੀ ਨਾਨਾ ਨਾਨੀ ਨੂੰ ਮਿਲ ਕੇ ਦੋਸਤ ਵੱਲ ਚਲਾ ਗਿਆ, ਅੱਗੋਂ ਯੂਨੀਵਰਸਿਟੀ ਜਾਣਾ ਸੀ ਉਹਨੇ। ਬਾਪੂ ਜੀ ਉਹਨਾਂ ਨੇ ਚਾਹ ਨਾਲ ਹਲਕਾ ਨਾਸ਼ਤਾ ਕਰ ਲਿਆ ਸੀ ਬਿੱਟੂ ਦੇ ਆਉਂਦਿਆਂ ਤੱਕ। ਮਗਰੋਂ ਬਾਪੂ ਜੀ ਗੁੱਡੀ ਵੱਲ ਵੇਖਦੇ ਬੋਲੇ, ਪ੍ਰੀਤੀ ਪ੍ਰੀਤੀ। ਇੰਨੇ ਨੂੰ ਬਿੱਟੂ ਆ ਗਿਆ। ਗੁੱਡੀ ਬਾਪੂ ਜੀ ਵੱਲ ਵੇਖਣ ਲੱਗੀ ਤੇ ਬੋਲੀ, ਹਾਂ ਬਾਪੂ ਜੀ, ਕੀ ਪ੍ਰੀਤੀ? ਤਾਂ ਬਾਪੂ ਜੀ ਬੋਲੇ, ਕੁਝ ਨਹੀਂ ਧੀਏ, ਕੁਝ ਨਹੀਂ। ਗੁੱਡੀ ਮਾਂ ਤੇ ਬਾਪੂ ਜੀ ਵੱਲ ਵੇਖਣ ਲੱਗੀ ਤੇ ਸਮਝ ਰਹੀ ਗਈ ਕਿ ਕੋਈ ਗੱਲ ਛੁਪਾ ਰਹੇ ਨੇ, ਕੋਈ ਗੱਲ ਕਹਿਣਾ ਚਾਹ ਰਹੇ ਨੇ ਮੈਨੂੰ। ਬਿੱਟੂ ਕਹਿਣ ਲੱਗਾ, ਚਲੋ ਚੱਲੀਏ ਬਾਪੂ ਜੀ, ਨਾਲੇ ਗੁੱਡੀ ਤੂੰ ਤਿਆਰ ਰਹੀਂ, ਮਗਰ ਮਾਮਾ ਮਾਮੀ ਜੀ ਵੱਲ ਵੀ ਜਾਣਾ ਵਾ ਆਪਾਂ ਨੇ, 2 ਜਗ੍ਹਾਵਾਂ ਤੇ ਜਾਣਾ ਉਹਨਾਂ ਨਾਲ, ਮਾਮੀ ਨੇ ਕੁਝ ਲੈਣਾ ਸੀਗਾ ਸਮਾਨ। ਚੰਗਾ ਠੀਕ ਆ, ਗੁੱਡੀ ਬੋਲੀ। ਬਿੱਟੂ ਬਾਹਰ ਤੱਕ ਚਲਾ ਗਿਆ। ਗੁੱਡੀ ਬਾਪੂ ਜੀ ਵੱਲ ਵੇਖੀ ਗਈ। ਬਾਪੂ ਜੀ ਨੇ ਹੱਸ ਕੇ ਗੁੱਡੀ ਦੇ ਸਿਰ ਤੇ ਹੱਥ ਰੱਖਿਆ ਤੇ ਬੋਲੇ, ਕੋਈ ਨਹੀਂ, ਬਿੰਦਰੋ ਹੋਰਾਂ ਦੇ ਗਿਆ ਮਗਰੋਂ ਮਾਰੂ ਗੇੜਾ, ਤੇ ਤੇਰੇ ਨਾਲੇ ਚਾਚੇ ਨੂੰ ਵੀ, ਕਰਨੈਲ ਨੂੰ ਵੀ ਲੈ ਕੇ ਆਊਂ, ਕਹਿੰਦਾ ਸੀ ਬਾਹਲਾ ਚਿਰ ਹੋ ਗਿਆ ਗੁੱਡੀ ਨੂੰ ਮਿਲੇ ਹੋਏ। ਨਾਲੇ ਯਾਦ ਆਇਆ, ਪਹਿਲਾਂ ਤਾਂ ਉਹਨਾਂ ਨੂੰ ਸੁਨੇਹਾ ਦੇਵਾਂ ਕਿ ਗੁਰਭੇਜ ਵੀਰ ਨੂੰ ਆ ਕੇ ਮਿਲੇ। ਬਾਪੂ ਜੀ ਸੰਤੋਖੀ ਨੂੰ ਬੋਲੇ। ਤਾਂ ਸੰਤੋਖੀ ਕਹਿਣ ਲੱਗੀ, ਉਹਨੇ ਆ ਜਾਣਾ ਅੱਜ ਕੱਲ੍ਹ ਜੀ, ਆਪ ਹੀ ਮੈਨੂੰ ਮਿਲੀ ਸੀ ਭਾਬੀ ਦੀ ਗਾਹਾਂ ਰਿਸ਼ਤੇਦਾਰਨੀ, ਮੈਂ ਦੱਸਿਆ ਸੀ ਵੀਰ ਬਾਰੇ। ਅੱਛਾ, ਚੱਲ ਚੰਗਾ ਕੀਤਾ ਤੂੰ, ਪਰ ਫਿਰ ਵੀ ਮੈਂ ਫੋਨ ਕਰ ਦੂੰ, ਬਾਪੂ ਜੀ ਕਾਰ 'ਚ ਬਹਿੰਦੇ ਹੋਏ ਬੋਲੇ। ਗੁੱਡੀ ਬੂਹੇ ਵਿੱਚ ਖਲੋਤੀ ਬਾਪੂ ਜੀ ਵੱਲ ਵੇਖ ਰਹੀ ਸੀ ਤੇ ਹੁਣ ਇੰਤਜ਼ਾਰ ਸੀ ਕਿ ਕਿਹੜੀ ਗੱਲ ਆ ਜੋ ਬਾਪੂ ਜੀ ਮੈਨੂੰ ਦੱਸ ਨਹੀਂ ਰਹੇ, ਛੁਪਾ ਰਹੇ ਨੇ, ਪਰ ਦੱਸੀ ਨਹੀਂ। ਕੋਈ ਗੱਲ ਨਹੀਂ, ਦੱਸ ਦੇਣਗੇ ਆਪੇ। ਨਾਲ ਸਵਾਲ ਜੇ ਪਾਉਂਦੀ ਹੋਈ, ਸਿਰ ਹਿਲਾਉਂਦੀ, ਹੱਥ ਹਿਲਾਉਂਦੀ ਅੰਦਰ ਨੂੰ ਆ ਗਈ। ਬਿੱਟੂ ਨੇ ਕਾਰ ਸਟਾਰਟ ਕਰ ਲਈ ਤੇ ਬਾਪੂ ਜੀ ਤੇ ਮਾਂ ਨੂੰ ਲੈ ਗਿਆ। ਗੁੱਡੀ ਅੰਦਰ ਆ ਗਈ ਤੇ ਘਰ ਦੇ ਕੰਮ ਕਰਨ ਲੱਗ ਗਈ। ਹੁਣ ਬਿੱਟੂ ਦੇ ਆਉਂਦਿਆਂ ਤੱਕ ਮਾਮਾ ਜੀ ਮਾਮੀ ਵੱਲ ਵੀ ਜਾਣਾ ਸੀ। ਗੁੱਡੀ ਤਿਆਰ ਰਹੀ ਤੇ ਗੁੱਡੀ ਬਿੱਟੂ ਨਾਲ ਮਾਮਾ ਮਾਮੀ ਜੀ ਵੱਲ ਚਲੀ ਗਈ। ਤੇਜਿੰਦਰ ਨੂੰ ਉੱਧਰ ਹੀ ਆਉਣ ਨੂੰ ਕਹਿ ਦਿੱਤਾ ਸਿੱਧਾ। ਮਾਮਾ ਜੀ ਵੱਲ ਜਾ ਕੇ ਵੇਖਿਆ, ਕਰਨੈਲ ਚਾਚਾ ਤੇ ਚਾਚੀ ਦੋਹੇ ਆਏ ਹੋਏ ਸਨ, ਨਾਲੇ ਵੱਡਾ ਮੁੰਡਾ ਤੇ ਉਹਦੀ ਨੂੰਹ ਵੀ ਆਏ ਹੋਏ ਸੀ। ਗੁੱਡੀ ਨੂੰ ਦੇਖ ਕੇ ਚਾਚਾ ਜੀ ਬਹੁਤ ਖੁਸ਼ ਹੋਏ, ਪਰ ਗੁੱਡੀ ਉਦਾਸ ਹੋ ਗਈ ਕਿਉਂਕਿ ਚਾਚਾ ਜੀ ਦੀ ਸਿਹਤ ਬਹੁਤ ਰਹਿ ਗਈ ਸੀ, ਬਹੁਤ ਕਮਜ਼ੋਰ ਹੋ ਗਏ ਸੀ। ਤੇ ਹਾਲ ਚਾਲ ਪੁੱਛਣ ਲੱਗੇ ਤੇ ਦੱਸਣ ਲੱਗੇ, ਧੀਏ ਬਸ ਹੁਣ ਦਵਾਈ ਬੂਟੀ ਤੇ ਹੀ ਆ, ਨੂੰਹ ਰਾਣੀ ਨਾ ਸਾਡੀ ਬਾੜੀ ਚੰਗੀ ਹੈ, ਬੜਾ ਧਿਆਨ ਰੱਖਦੀ ਹੈ ਸਾਡਾ ਦੋਹੇ ਜੀਆਂ ਦਾ ਤੇ ਸਭ ਦਾ ਵੀ। ਗੁੱਡੀ ਬਹੁਤ ਖੁਸ਼ ਹੋਈ ਸੁਣ ਕੇ। ਕਰਨੈਲ ਚਾਚਾ ਜੀ ਨੇ ਆਪਣੀਆਂ ਨੂੰਹਾਂ ਦੀ ਬਹੁਤ ਸਿਫਤ ਕੀਤੀ, ਜਿਹੜੀ ਨੂੰ ਆਈ ਵੀ ਨਹੀਂ ਸੀ ਉਹਦੇ ਬਾਰੇ ਵੀ ਬਹੁਤ ਕੁਝ ਚੰਗਾ ਦੱਸਿਆ। ਸਾਰੇ ਖੁਸ਼ ਹੋ ਗਏ। ਮਾਮਾ ਜੀ ਬੋਲੇ, ਆਪਾਂ ਨੂੰਹਾਂ ਤਾਂ ਲਿਆਏ ਹੀ ਨਹੀਂ, ਆਪਾਂ ਤਾਂ ਧੀਆਂ ਲਿਆਂਦੀਆਂ ਨੇ ਤੇ ਧੀਆਂ ਸਾਡੀਆਂ ਖੁਸ਼ ਨੇ, ਹੋਰ ਕੀ ਚਾਹੀਦਾ ਸਾਨੂੰ, ਕਿਉਂ ਸੁਰਜੀਤ ਕੁਰੇ? ਤਾਂ ਮਾਮੀ ਬੋਲੀ, ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ। ਫਿਰ ਮਾਮੀ ਨੇ ਕਰਨੈਲ ਚਾਚੇ ਨੂੰ ਵੀ ਬਾਹਰੋਂ ਲਿਆਂਦਾ ਸਮਾਨ ਦਿੱਤਾ, ਨੂੰਹ ਪੁੱਤ ਨੂੰ ਕੱਪੜਾ ਲੱਤਾ ਦਿੱਤਾ।
ਹੁਣ ਕਰਨੈਲ ਹੋਰਾਂ ਦੇ ਜਾਣ ਮਗਰੋਂ ਗੁੱਡੀ ਮਾਮਾ ਮਾਮੀ ਤੇ ਬਿੰਦਰੋਂ ਨਾਲ ਬਾਜ਼ਾਰ ਚਲੀ ਗਈ। ਬਿੱਟੂ ਨੇ ਛੱਡ ਦਿੱਤਾ ਬਾਜ਼ਾਰ ਤੇ ਆਪ ਆਪਣੇ ਕੰਮ ਚਲਾ ਗਿਆ, ਕਿਉਂਕਿ ਬਾਹਲਾ ਸਮਾਂ ਲੱਗਣ ਵਾਲਾ ਸੀ ਕੰਮ ਲਈ। ਗੁੱਡੀ ਪਿੱਛੋਂ ਤਜਿੰਦਰ, ਹੈਰੀ ਤੇ ਗੈਰੀ ਨਾਲ ਮਿਲ ਕੇ ਬਚਪਨੇ ਨੂੰ ਜੀ ਰਿਹਾ ਸੀ ਤੇ ਆਉਣ ਤੱਕ ਘਰ ਸਿਰ ਤੇ ਚੁੱਕਿਆ ਹੋਇਆ ਸੀ। ਹਰ ਪਾਸੇ ਚੀਜ਼ਾਂ ਦਾ ਗਾਹ ਪਿਆ ਹੋਇਆ ਸੀ। ਮਾਮਾ ਜੀ ਨੇ ਆ ਕੇ ਤਿੰਨਾਂ ਨੂੰ ਝਿੜਕਿਆ ਤੇ ਨਾਲ ਸੁਰਿੰਦਰ ਨੂੰ ਝਿੜਕਿਆ, ਕਿਉਂਕਿ ਉਹ ਘਰ ਹੀ ਸੀ। ਪਰ ਸੁਰਿੰਦਰ ਕਹਿਣ ਲੱਗਾ, ਮੈਂ ਲੈਪਟਾਪ ਤੇ ਕੰਮ ਕਰਦਾ ਸੀ, ਮੈਂ ਇਹਨਾਂ ਵੱਲ ਨਹੀਂ ਦੇਖਿਆ, ਮੈਨੂੰ ਕੀ ਪਤਾ ਕਮਰੇ 'ਚ ਕੀ ਕਰੀ ਜਾਂਦੇ ਨੇ। ਹੁਣ ਤਿੰਨੋਂ ਜਵਾਕ ਮੂੰਹ ਹੇਠਾਂ ਕਰਕੇ ਖਲੋਤੇ ਸੀ। ਪਹਿਲਾਂ ਤਾਂ ਮਾਮਾ ਜੀ ਨੇ ਝਿੜਕਿਆ ਤੇ ਕਿਹਾ, ਆਹ ਸਿਰਹਾਣੇ ਕਿਵੇਂ ਪਾੜੇ ਨੇ, ਸਾਰਿਆਂ ਦੀ ਰੂਹ ਕੱਢੀ ਪਈ ਆ, ਤੇ ਆਹ ਚਾਦਰਾਂ ਦਾ ਕੀ ਹਾਲ ਕੀਤਾ ਆ, ਮੋਰੀਆਂ ਕਾਹਤੋਂ ਨੇ, ਦੱਸੋ ਦੱਸੋ ਕੀਤਾ ਕੀ ਆ ਤੁਸੀਂ? ਮਾਮਾ ਜੀ ਗੁੱਸੇ ਨਾਲ ਪੁੱਛਣ ਲੱਗੇ। ਤਾਂ ਤੇਜਿੰਦਰ ਬੋਲਿਆ, ਉਹ ਅਸੀਂ ਸ਼ਕਤੀਮਾਨ ਖੇਡਦੇ ਪਏ ਸੀ। ਬਾਕੀ ਸਾਰੇ ਤਾਂ ਇੱਕ ਪਾਸੇ ਬਹਿ ਗਏ ਚੁੱਪ ਕਰਕੇ। ਗੁੱਡੀ ਦਾ ਹਾਸਾ ਨਿਕਲੀ ਜਾਵੇ ਪਰ ਚੁੱਪ ਰਹੀ। ਮਗਰ ਮਾਮਾ ਜੀ ਬੋਲੇ, ਹੁਣ ਖੇਡੋ ਸ਼ਕਤੀਮਾਨ, ਲਿਆਓ ਮੈਂ ਬਣਦਾ ਕਰੂਰ ਸਿੰਘ। ਤਾਂ ਤੇਜਿੰਦਰ ਬੋਲਿਆ, ਉਹ ਤਾਂ ਚੰਦਰਕਾਂਤਾ 'ਚ ਸੀ। ਮਾਮਾ ਜੀ ਤੇਜਿੰਦਰ ਵੱਲ ਵੇਖੀ ਗਏ ਗੁੱਸੇ ਨਾਲ। ਤੇਜਿੰਦਰ ਨੇ ਨੀਵੀਂ ਪਾ ਲਈ। ਹੁਣ ਨਾ ਚਾਹੁੰਦੇ ਹੋਏ ਵੀ ਮਾਮਾ ਜੀ ਨੂੰ ਹੱਸਣਾ ਪਿਆ। ਮਗਰੋਂ ਸਾਰੇ ਜਣੇ ਉੱਚੀ ਉੱਚੀ ਹੱਸ ਪਏ ਤੇ ਮਸਾਂ ਹੀ ਹਾਸਾ ਕੰਟਰੋਲ ਕਰ ਰਹੇ ਸਨ, ਪਰ ਫਿਰ ਵੀ ਹੱਸੀ ਗਏ ਕਿੰਨੀ ਦੇਰ ਤੇਜਿੰਦਰ ਦੀ ਗੱਲ ਸੁਣ ਕੇ। ਕਹਾਣੀ ਜਾਰੀ ਹੈ ਜੀ। ਮਿਲਦੇ ਹਾਂ ਅਗਲੇ ਭਾਗ ਵਿੱਚ। ਬਹੁਤ ਜਲਦੀ ਜੁੜੇ ਰਹੋ। ਧੰਨਵਾਦ ਜੀ। ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗ ਰਹੀ ਹੈ? ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਜੀ, ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ। ਧੰਨਵਾਦ ਜੀ।